ਭਾਰਤੀ ਫੌਜ ਵਿੱਚ ਸਨਾਈਪਰ ਬਣਨ ਦਾ ਪ੍ਰੋਸੀਜਰ ਕੀ ਹੈ? ਭਰਤੀ ਦੇ ਨਿਯਮ ਕੀ ਹਨ? ਆਓ ਇਸ ਇੰਟਰਸਟਿੰਗ ਵੀਡੀਓ ਦੇ ਵਿੱਚ ਜਾਣਦੇ ਹਾਂ। ਹਿਮਾਲਯ ਦੀਆਂ ਉੱਚੀਆਂ ਪਹਾੜੀਆਂ ਤੋਂ ਲੈ ਕੇ ਪਾਕਿਸਤਾਨ ਦੇ ਲਾਈਨ ਆਫ ਕੰਟਰੋਲ ਯਾਨੀ ਕਿ LOC ਅਤੇ ਇੱਥੇ ਹੀ ਸਥਿਤ ਭਾਰਤੀ ਫੌਜ ਦਾ ਗੁਰੇਜ਼ ਸੈਕਟਰ, ਜਿੱਥੇ ਦਾ ਤਾਪਮਾਨ -15 ਤੋਂ ਲੈ ਕੇ -35 ਤੱਕ ਵੀ ਪਹੁੰਚ ਜਾਂਦਾ ਹੈ, ਜਿਸ ਤੋਂ ਬਾਅਦ ਇੱਥੇ ਸਿਰਫ ਬਰਫ਼ ਹੀ ਬਰਫ਼ ਦਿਖਾਈ ਦਿੰਦੀ ਹੈ। ਇੱਥੇ ਹੀ ਦੇਸ਼ ਦੀ ਸੁਰੱਖਿਆ ਕਰਦੇ ਨੇ ਇੰਡੀਅਨ ਆਰਮੀ ਦੇ ਸ਼ੂਰਵੀਰ ਸਨਾਈਪਰ, ਪਰ ਇਹ ਤੁਹਾਨੂੰ ਕਦੇ ਵੀ ਦਿਖਾਈ ਨਹੀਂ ਦੇਣਗੇ। ਇਹ ਘੰਟਿਆਂ ਤੱਕ ਘਾਤ ਲਗਾ ਕੇ ਬੈਠੇ ਰਹਿੰਦੇ ਨੇ ਅਤੇ ਖਤਰਾ ਹੋਣ ਦੇ ਉੱਤੇ ਦੁਸ਼ਮਣ ਦੇ ਉੱਤੇ ਹਮਲਾ ਕਰ ਦਿੰਦੇ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੁਸ਼ਮਣ ਇਹਨਾਂ ਨੂੰ ਦੇਖ ਨਹੀਂ ਪਾਉਂਦਾ, ਤੇ ਉਹ ਵੀ ਸਿਰਫ 1 ਮੀਟਰ ਦੀ ਦੂਰੀ ਤੋਂ ਵੀ, ਕਿਉਂਕਿ ਇਹ ਆਪਣੇ ਆਪ ਨੂੰ 8 ਤੋਂ ਲੈ ਕੇ 20 ਘੰਟੇ ਇੱਕ ਹੀ ਪੋਜੀਸ਼ਨ ਦੇ ਵਿੱਚ ਬਰਫ਼ ਦੇ ਵਿੱਚ ਆਪਦੇ ਆਪ ਨੂੰ ਬਿਨਾਂ ਨੁਕਸਾਨ ਪਹੁੰਚਾਏ ਬੈਠ ਸਕਦੇ ਨੇ ਅਤੇ ਆਪਣੇ ਦੁਸ਼ਮਣ ਦੇ ਉੱਤੇ ਨਿਸ਼ਾਨਾ ਕੱਸ ਕੇ ਰੱਖ ਸਕਦੇ ਨੇ। ਅੱਜ ਕੱਲ੍ਹ ਆਤੰਕਵਾਦੀ ਹਮਲੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ, ਇਸ ਕਰਕੇ ਇਹ ਸਨਾਈਪਰ ਆਪਣੀ ਜਾਨ ਨੂੰ ਹਥੇਲੀ ਦੇ ਉੱਤੇ ਰੱਖ ਕੇ ਬਰਫ਼ ਦੇ ਵਿੱਚ 8 ਤੋਂ 20 ਘੰਟੇ ਬੈਠ ਕੇ ਆਪਣੇ ਦੁਸ਼ਮਣ ਦੇ ਉੱਤੇ ਘਾਤ ਲਗਾ ਕੇ ਬੈਠੇ ਰਹਿੰਦੇ ਹਨ, ਆਪਣੇ ਆਪ ਨੂੰ ਬਿਨਾਂ ਨੁਕਸਾਨ ਪਹੁੰਚਾਏ ਅਤੇ ਦੇਸ਼ ਦੀ ਸੇਵਾ ਕਰਦੇ ਨੇ। ਇਸ ਦੇ ਨਾਲ ਵਕਤ ਆਉਣ 'ਤੇ ਪਾਕਿਸਤਾਨ ਦੇ ਘੁਸਪੈਠੀਆਂ ਨੂੰ ਮੂੰਹ ਤੋੜ ਜਵਾਬ ਵੀ ਦਿੰਦੇ ਨੇ। ਪਰ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਕੋਈ ਇਨਸਾਨ ਆਪਣੇ ਆਪ ਨੂੰ ਇੰਨੀ ਦੇਰ ਬਰਫ਼ ਦੇ ਵਿੱਚ ਕਿੱਦਾਂ ਰੱਖ ਸਕਦਾ ਹੈ, ਤਾਂ ਅਸਲ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਬਹੁਤ ਜ਼ਿਆਦਾ ਸਖਤ ਹੁੰਦੀ ਹੈ ਅਤੇ ਇਸੇ ਟ੍ਰੇਨਿੰਗ ਦਾ ਨਤੀਜਾ ਹੈ ਕਿ ਇਹ ਆਪਣੇ ਆਪ ਨੂੰ ਇੰਨੇ ਸਮੇਂ ਤੱਕ ਬਰਫ਼ ਦੇ ਅੰਦਰ ਲੁਕੋ ਕੇ ਰੱਖ ਲੈਂਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਫੌਜ ਦੇ ਵਿੱਚ ਸਨਾਈਪਰ ਬਣਨ ਦੇ ਲਈ ਕਿਹੜੇ ਪ੍ਰੋਸੀਜਰ ਫੋਲੋ ਕਰਨੇ ਪੈਂਦੇ ਨੇ? ਭਾਰਤੀ ਦੇ ਕੀ ਨਿਯਮ ਨੇ? ਜੀ ਹਾਂ, ਅਸਲ ਦੇ ਵਿੱਚ ਸਨਾਈਪਰ ਬਣਨ ਦੇ ਲਈ ਇੱਕ ਜਵਾਨ ਦੇ ਵਿੱਚ ਕੁਝ ਸਕਿੱਲਸ, ਕੁਝ ਖੂਬੀਆਂ ਹੋਣੀਆਂ ਚਾਹੀਦੀਆਂ ਨੇ, ਫਿਰ ਹੀ ਉਹ ਇੰਡੀਅਨ ਆਰਮੀ ਦਾ ਸਨਾਈਪਰ ਬਣ ਸਕਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇੰਡੀਅਨ ਆਰਮੀ ਦੇ ਵਿੱਚ ਸਨਾਈਪਰ ਦੀ ਭਰਤੀ ਕਿੱਦਾਂ ਕੀਤੀ ਜਾਂਦੀ ਹੈ। ਅਸਲ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਸਨਾਈਪਰ ਦੀ ਭਰਤੀ ਕਦੇ ਵੀ ਡਾਇਰੈਕਟ ਰਿਕਰੂਟਮੈਂਟ ਦੇ ਦੁਆਰਾ ਨਹੀਂ ਕੀਤੀ ਜਾਂਦੀ ਅਤੇ ਭਾਰਤੀ ਫੌਜ ਦੇ ਵਿੱਚੋਂ ਹੀ ਕੁਝ ਅਫਸਰਾਂ ਨੂੰ, ਕੁਝ ਜਵਾਨਾਂ ਨੂੰ ਚੁਣਿਆ ਜਾਂਦਾ ਹੈ ਸਨਾਈਪਰ ਦੀ ਭੂਮਿਕਾ ਅਦਾ ਕਰਨ ਦੇ ਲਈ। ਕਈ ਸਾਲ ਆਬਜ਼ਰਵੇਸ਼ਨ ਕਰਨ ਤੋਂ ਬਾਅਦ ਇੱਕ ਜਵਾਨ ਨੂੰ ਸਨਾਈਪਰ ਦੀ ਭੂਮਿਕਾ ਅਦਾ ਕਰਨ ਦੇ ਲਈ ਰੈਫਰ ਕੀਤਾ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇੱਕ ਸਨਾਈਪਰ ਦੀ ਭੂਮਿਕਾ ਅਦਾ ਕਰਨ ਦੇ ਲਈ ਇੱਕ ਜਵਾਨ ਦੇ ਵਿੱਚ ਕਿਹੜੀਆਂ ਖੂਬੀਆਂ ਨੂੰ ਦੇਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਪਦ ਨਿਯੁਕਤ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀ ਸਕਿੱਲ ਹੈ ਜੋ ਸੀਨੀਅਰਸ ਚੈੱਕ ਕਰਦੇ ਨੇ। ਇਹਨਾਂ ਦੇ ਵਿੱਚ ਸਭ ਤੋਂ ਪਹਿਲੀ ਸਕਿੱਲ ਹੈ ਲੈਂਡ ਰੈਕਨੇਸੈਂਸ। ਇਸ ਸਕਿੱਲ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਜਵਾਨ ਕਿੱਦਾਂ ਆਪਣੀ ਬਰੀਕ ਨਜ਼ਰਾਂ ਦੇ ਨਾਲ ਜ਼ਮੀਨ ਦੇ ਉੱਤੇ ਪਈ ਕਿਸੇ ਵੀ ਚੀਜ਼ ਨੂੰ ਕਿੱਦਾਂ ਓਬਜ਼ਰਵ ਕਰਦਾ ਹੈ ਅਤੇ ਕਿੱਦਾਂ ਉਸ ਦੇ ਉੱਤੇ ਰਿਐਕਟ ਕਰਦਾ ਹੈ, ਕਿਸ ਤਰ੍ਹਾਂ ਆਪਣੇ ਆਸ-ਪਾਸ ਦੀਆਂ ਚੀਜ਼ਾਂ ਨੂੰ ਪਰਖਦਾ ਹੈ ਅਤੇ ਉਸ ਦੇ ਉੱਤੇ ਕੀ ਐਕਸ਼ਨ ਕਰਦਾ ਹੈ। ਕੁੱਲ ਮਿਲਾ ਕੇ ਇੱਕ ਜਵਾਨ ਦੇ ਵਿੱਚ ਡਿਟੈਕਟਿਵ ਸਕਿੱਲਸ ਹੋਣੀਆਂ ਚਾਹੀਦੀਆਂ ਹਨ ਜੇ ਉਸਨੇ ਸਨਾਈਪਰ ਬਣਨਾ ਹੈ। ਇਹ ਸਕਿੱਲ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਗੈਰ ਜਵਾਨ ਆਪਣੀ ਹਮਲਾ ਕਰਨ ਦੀ ਅਤੇ ਆਪਣੀ ਬਚਣ ਦੀ ਪੋਜੀਸ਼ਨ ਨੂੰ ਫਟਾਫਟ ਨਹੀਂ ਪਰਖ ਪਾਏਗਾ, ਜਿਸ ਨਾਲ ਕਿ ਉਸ ਦੇ ਨਾਲ ਬਹੁਤ ਵੱਡਾ ਹਾਦਸਾ ਹੋ ਸਕਦਾ ਹੈ। ਜੇਕਰ ਦੁਸ਼ਮਣ ਨੂੰ ਇੱਕ ਵਾਰ ਪਤਾ ਲੱਗ ਗਿਆ ਕਿ ਜਵਾਨ ਦੀ ਹਮਲਾ ਕਰਨ ਦੀ ਅਤੇ ਉਸ ਦੀ ਰੁਕਣ ਦੀ ਪੋਜੀਸ਼ਨ ਕਿਹੜੀ ਹੈ, ਤਾਂ ਸਨਾਈਪਰ ਆਪਣੀ ਜਾਨ ਤੋਂ ਵੀ ਹੱਥ ਧੋ ਸਕਦਾ ਹੈ। ਤਾਂ ਜਿਹੜਾ ਜਵਾਨ ਆਪਣੀ ਜਗ੍ਹਾ ਬਦਲ ਕੇ ਜਲਦੀ ਤੋਂ ਜਲਦੀ ਦੂਸਰੀ ਜਗ੍ਹਾ 'ਤੇ ਪਹੁੰਚ ਜਾਂਦਾ ਹੈ ਅਤੇ ਦੁਸ਼ਮਣ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ, ਉਸ ਸਕਿੱਲ ਨੂੰ ਕਹਿੰਦੇ ਨੇ ਲੈਂਡ ਰੈਕੋਨਾਈਜੇਸ਼ਨ ਅਤੇ ਇਹ ਬਹੁਤ ਜ਼ਰੂਰੀ ਹੁੰਦੀ ਹੈ ਇੱਕ ਸਨਾਈਪਰ ਦੇ ਲਈ। ਇਸ ਤੋਂ ਬਾਅਦ ਜਿਹੜੀ ਦੂਸਰੀ ਸਕਿੱਲ ਆਉਂਦੀ ਹੈ ਉਹ ਹੁੰਦੀ ਹੈ ਕੈਮੋਫਲੇਜ। ਇਹ ਇੱਕ ਇਸ ਤਰ੍ਹਾਂ ਦੀ ਸਕਿੱਲ ਹੈ ਜੋ ਕਿ ਹਰ ਇੱਕ ਜਵਾਨ ਦੇ ਵਿੱਚ ਹੋਣੀ ਹੀ ਚਾਹੀਦੀ ਹੈ। ਇਸ ਸਕਿੱਲ ਦੇ ਵਿੱਚ ਜਵਾਨ ਦੇ ਵਿੱਚ ਇੱਦਾਂ ਦੀਆਂ ਕਲਾਵਾਂ ਹੁੰਦੀਆਂ ਨੇ ਕਿ ਉਹ ਆਪਣੇ ਆਸ-ਪਾਸ ਦੀਆਂ ਚੀਜ਼ਾਂ ਦੇ ਵਿੱਚ ਆਪਦੇ ਆਪ ਨੂੰ ਘੁਲ ਮਿਲਾ ਲੈਂਦਾ ਹੈ ਅਤੇ ਦੁਸ਼ਮਣ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਉਹ ਉਸ ਦੇ ਉੱਤੇ ਘਾਤ ਲਗਾ ਕੇ ਬੈਠਾ ਹੈ। ਜਵਾਨ ਆਪਣੇ ਆਸ-ਪਾਸ ਦੀਆਂ ਚੀਜ਼ਾਂ ਦੇ ਵਿੱਚ ਹੀ ਲੁਕ ਜਾਂਦਾ ਹੈ। ਇਸ ਦੇ ਨਾਲ ਉਹ ਆਪਦੇ ਆਪ ਨੂੰ ਦੁਸ਼ਮਣ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖ ਲੈਂਦਾ ਹੈ ਅਤੇ ਬਿਨਾਂ ਕਿਸੇ ਨੂੰ ਪਤਾ ਲੱਗਣ ਦੇ ਹੋਏ ਉਸ ਦੇ ਉੱਤੇ ਹਮਲਾ ਵੀ ਕਰ ਸਕਦਾ ਹੈ। ਇਹ ਚੀਜ਼ ਵੀ ਸੀਨੀਅਰਸ ਦੇ ਦੁਆਰਾ ਹਰ ਇੱਕ ਆਰਮੀ ਆਫਿਸਰ ਦੇ ਵਿੱਚ ਜਾਂਚੀ ਜਾਂਦੀ ਹੈ ਤਾਂ ਕਿ ਉਸ ਨੂੰ ਸਨਾਈਪਰ ਬਣਾਇਆ ਜਾ ਸਕੇ। ਪਰ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇੱਕ ਆਮ ਆਦਮੀ ਨੂੰ ਸਨਾਈਪਰ ਦੇ ਰੂਪ ਦੇ ਵਿੱਚ ਬਣਾਇਆ ਜਾ ਸਕਦਾ ਹੈ, ਤਾਂ ਉਸ ਦਾ ਜਵਾਬ ਇਹ ਹੈ ਕਿ ਆਪਣੀ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਨਾਲ ਹਰ ਇੱਕ
ਜਵਾਨ ਨੂੰ ਜਾਂ ਤਾਂ ਜਵਾਨ ਦੇ ਤੌਰ 'ਤੇ ਜਾਂ ਫਿਰ ਆਫਿਸਰ ਦੇ ਤੌਰ 'ਤੇ ਇੰਡੀਅਨ ਆਰਮੀ ਦੇ ਵਿੱਚ ਭਰਤੀ ਕੀਤਾ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਉਸ ਦੀਆਂ ਸਕਿੱਲਸ ਨੂੰ ਦੇਖਦੇ ਹੋਏ ਹੀ ਉਸ ਨੂੰ ਇੱਕ ਸਨਾਈਪਰ ਬਣਾਇਆ ਜਾਂਦਾ ਹੈ ਇੰਡੀਅਨ ਆਰਮੀ ਦੀ ਇਨਫੈਂਟਰੀ ਯੂਨਿਟ ਦੇ ਦੁਆਰਾ। ਇੰਡੀਅਨ ਆਰਮੀ ਦੇ ਵਿੱਚ ਜਦੋਂ ਵੀ ਕੋਈ ਨਵਾਂ ਜਵਾਨ ਆਉਂਦਾ ਹੈ ਤਾਂ ਉਸ ਦੀ ਪਹਿਲਾਂ ਬਹੁਤ ਹੀ ਕਠਿਨ ਟ੍ਰੇਨਿੰਗ ਕਰਵਾਈ ਜਾਂਦੀ ਹੈ। ਇਹ ਟ੍ਰੇਨਿੰਗ ਅੱਜ ਕੱਲ੍ਹ ਮਹਾਰਾਸ਼ਟਰ ਦੇ ਵਿੱਚ ਚੱਲ ਰਹੀ ਹੈ ਅਤੇ ਇਸ ਟ੍ਰੇਨਿੰਗ ਦੇ ਵਿੱਚ ਹੀ ਜਵਾਨਾਂ ਦੇ ਸਕਿੱਲਸ ਨੂੰ ਪਹਿਚਾਣਿਆ ਜਾਂਦਾ ਹੈ। ਇਸ ਟ੍ਰੇਨਿੰਗ ਦੇ ਵਿੱਚ ਜਦੋਂ ਵੀ ਨਵੇਂ ਰਿਕਰੂਟ ਆਉਂਦੇ ਨੇ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹਨਾਂ ਨੂੰ ਸਿਖਾਇਆ ਜਾਂਦਾ ਹੈ, ਉਹਨਾਂ ਦੇ ਸਕਿੱਲਸ ਦੱਸੇ ਜਾਂਦੇ ਨੇ ਅਤੇ ਉਹਨਾਂ ਦੀ ਬਹੁਤ ਮਿਹਨਤ ਮੁਸ਼ੱਕਤ ਕਰਵਾ ਕੇ ਉਹਨਾਂ ਨੂੰ ਇੱਕ ਫੌਜੀ ਦੇ ਤੌਰ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਪਰ ਇਸ ਸਾਲਾਂ ਦੀ ਟ੍ਰੇਨਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਟ੍ਰੇਨਿੰਗ ਦੇ ਵਿੱਚ ਕੋਈ ਜਵਾਨ ਕਿੱਦਾਂ ਰਿਐਕਟ ਕਰਦਾ ਹੈ, ਕਿੱਦਾਂ ਸਮਝਦਾ ਹੈ, ਕੀ ਉਸ ਦੇ ਵਿੱਚ ਸਕਿੱਲਸ ਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਅੱਗੇ ਉਹਨਾਂ ਨੂੰ ਸਨਾਈਪਰ ਦੇ ਤੌਰ ਦੇ ਉੱਤੇ ਰੈਫਰ ਵੀ ਕੀਤਾ ਜਾਂਦਾ ਹੈ। ਸਨਾਈਪਰ ਦੀ ਨਿਗਾਹ ਬਹੁਤ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ ਅਤੇ ਉਸ ਨੂੰ 20 ਦੇ ਵਿੱਚੋਂ 20 ਪੁਆਇੰਟ ਮਿਲਣੇ ਚਾਹੀਦੇ ਨੇ ਕਿਉਂਕਿ ਸਨਾਈਪਰ ਦੀ ਨਿਗਾਹ ਹੀ ਉਸ ਦਾ ਮੇਨ ਹਥਿਆਰ ਹੁੰਦੀ ਹੈ। ਜੇਕਰ ਉਸ ਨੂੰ ਕਲਰ ਬਲਾਈਂਡਨੈਸ ਹੈ ਜਾਂ ਉਸ ਨੂੰ ਕੋਈ ਦੂਰ ਜਾਂ ਨੇੜੇ ਦੀ ਚੀਜ਼ ਨਹੀਂ ਦਿਖਦੀ ਤਾਂ ਉਹ ਸਨਾਈਪਰ ਦੇ ਤੌਰ 'ਤੇ ਨਹੀਂ ਚੁਣਿਆ ਜਾਂਦਾ। ਇਸ ਦੇ ਨਾਲ ਹੀ ਜਵਾਨ ਦੀ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਉਸ ਦੀ ਰਾਈਫਲ। ਟ੍ਰੇਨਿੰਗ ਦੇ ਦੌਰਾਨ ਹੀ ਦੇਖਿਆ ਜਾਂਦਾ ਹੈ ਕਿ ਇੱਕ ਜਵਾਨ ਆਪਣੀ ਰਾਈਫਲ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦਾ ਹੈ, ਕਿੰਨੀ ਛੇਤੀ ਉਸ ਨੂੰ ਅਸੈਂਬਲ ਕਰਦਾ ਹੈ। ਇਹ ਦੇਖਿਆ ਜਾਂਦਾ ਹੈ ਕਿ ਇੱਕ ਜਵਾਨ ਅਤੇ ਉਸ ਦੀ ਰਾਈਫਲ ਦੇ ਵਿੱਚ ਕਿੰਨੀ ਗਹਿਰੀ ਦੋਸਤੀ ਹੈ ਅਤੇ ਜਿਸ ਰੰਗਰੂਟ ਦੇ ਵਿੱਚ ਜਿਸ ਨਵੇਂ ਫੌਜੀ ਜਾਂ ਜਿਸ ਨਵੇਂ ਜਵਾਨ ਦੇ ਵਿੱਚ ਇਹ ਸਾਰੀਆਂ ਖੂਬੀਆਂ ਪਾਈਆਂ ਜਾਂਦੀਆਂ ਨੇ ਉਸ ਨੂੰ ਹੀ ਸਨਾਈਪਰ ਦੇ ਤੌਰ ਦੇ ਉੱਤੇ ਐਲਾਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਸਨਾਈਪਰ ਨੂੰ ਫਿਜ਼ੀਕਲੀ ਅਤੇ ਮੈਂਟਲੀ ਵੀ ਸਟਰੋਂਗ ਰਹਿਣਾ ਪੈਂਦਾ ਹੈ ਜਿਸ ਦੇ ਲਈ ਉਸ ਦੀ ਟ੍ਰੇਨਿੰਗ ਵੀ ਕਰਵਾਈ ਜਾਂਦੀ ਹੈ। ਇਸੇ ਟ੍ਰੇਨਿੰਗ ਦੇ ਵਿੱਚ ਹੀ ਦੇਖਿਆ ਜਾਂਦਾ ਹੈ ਕਿ ਇੱਕ ਜਵਾਨ ਦੇ ਵਿੱਚ ਕਿੰਨਾ ਪੇਸ਼ੈਂਸ ਲੈਵਲ ਹੈ, ਕਿੰਨੀ ਸਟਰੈਂਥ ਹੈ। ਪੇਸ਼ੈਂਸ ਲੈਵਲ ਤੋਂ ਭਾਵ ਇੱਕ ਸਨਾਈਪਰ ਨੂੰ ਕਈ ਘੰਟੇ ਆਪਣੇ ਟਾਰਗੇਟ ਦੇ ਉੱਤੇ ਨਿਸ਼ਾਨਾ ਸਾਧ ਕੇ ਰੱਖਣਾ ਪੈਂਦਾ ਹੈ ਅਤੇ ਸ਼ੂਟ ਦਾ ਆਰਡਰ ਆਉਣ ਤੋਂ ਬਾਅਦ ਹੀ ਫਾਇਰ ਕਰਨਾ ਹੁੰਦਾ ਹੈ। ਪਰ ਜੇ ਕੋਈ ਜਵਾਨ ਦੇ ਵਿੱਚ ਪੇਸ਼ੈਂਸ ਲੈਵਲ ਨਹੀਂ ਤਾਂ ਉਸ ਨੂੰ ਸਨਾਈਪਰ ਦੇ ਤੌਰ ਦੇ ਉੱਤੇ ਨਹੀਂ ਐਲਾਨਿਆ ਜਾਂਦਾ। ਤਾਂ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨੌਲੇਜ TV ਪੰਜਾਬੀ, ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਦਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਕੋਲ ਆਉਂਦੀਆਂ ਰਹਿਣ।